ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ 8ਵਾਂ। ਦੁਰਗਾ ਭਗਤ ਦੋਹਰਾ। ਮੇਰੇ ਮਨ ਨਾ ਲੱਗਦੀ ਇਹ ਤੁਹਾਡੀ ਬਾਤ, ਜੋ ਦਿਨ ਨੂੰ ਵੀ ਆਖਦੇ ਕਾਲੀ ਬੋਲੀ ਰਾਤ। ਪ੍ਰਗਟ ਹੋਈ ਕਾਲਕਾ ਸਭਨਾ ਪਰ ਪ੍ਰਤੱਖ, ਪਰ ਇੱਕ ਤੈਂ ਇਸ ਉੱਤੇ ਮੀਟ ਲਈ ਹੈ ਅੱਖ। ਉਸਦੇ ਪ੍ਰਗਟ ਹੋਣ ਦਾ ਸਮਾਚਾਰ ਹੈ ਜੋਏ, ਸੋ ਸੂਰਜ ਪ੍ਰਕਾਸ਼ ਤੇ ਐਸੇ ਪ੍ਰਗਟ ਹੋਏ ਯਥਾ ਤ੍ਰਿਭੰਗੀ ਛੰਦ। ਪ੍ਰਗਟੀ ਜਗਰਾਨੀ ਸਭ ਗੁਣ ਖਾਨੀ, ਜਗ ਬਰਦਾਨੀ ਪੂਰ ਪ੍ਰਭਾ। ਕਿਆ ਸੂਰਜ ਇੰਦਰਾ ਹੈਨ ਮਨਿੰਦਰਾ, ਟੇਖ ਦ੍ਰਿਗ ਮੁੰਦਰਾ ਦੇਵ ਸਭਾ। ਕਿਆ ਪਾਵਕ ਰਾਸੈ ਤੜਤਾ ਭਾਸੈ, ਕਹਾਂ ਪ੍ਰਕਾਸ਼ੈ ਹੋਵੈ ਸਮਤਾ। ਕਹਿ ਨਦਰ ਨ ਠਹਿਰੈ ਝਾਂਕਤ ਹੈਰੈ, ਅਗਨ ਬਹਿਰੈ ਧ੍ਰਿਤ ਜਮਨਾ। ਜੁਗ ਚਰਨ ਵਿਸਾਲਾ ਨਖਨ ਕਰਾਲਾ, ਜੰਗਨ ਤਾਲਾ ਤੂਰ ਜਥਾ। ਕਟਮੈ ਅਲਬਾਲਾ ਹਾਡਨ ਮਾਲਾ, ਪੇਖ ਪੈ ਹਾਲਾ ਉਦਰ ਤਥਾ। ਪ੍ਰਿਸ਼ਟੀ ਪਰ ਬਾਲਾ ਲਟਕੇ ਜਾਲਾ, ਧੀਰਗ ਕਾਲਾ ਰੰਗ ਸਜਾ। ਤਰਕੇ ਜਲ ਡਾਲਾ ਮੁੰਡਕ ਬਿਆਲਾ, ਹੈ ਵੱਡ ਬਿਆਲਾ ਅਸ਼ਟ ਭੁਜਾ। ਗੁਰ ਗਰਮੈ ਧਰਮਾਲਾ ਮੁੰਡਨ ਜਾਲਾ, ਬਹੁਤ ਕਰਾਲਾ ਦਾੜ ਵੱਡੀ। ਦੰਤਨ ਕੀ ਪਾਲਾ ਖਰੀ ਕੁਡਾਲਾ, ਧੀਰਗ ਜਵਾਲਾ ਤੁੰਡ ਛੜੀ। ਭ੍ਰਿਕੁਟੀ ਚੜ ਭਾਲਾ ਲੋਚਨ ਲਾਲਾ, ਸੀਸ ਵਿਸਾਲਾ ਬਾਲ ਮਹਾ। ਤਨ ਸਭ ਬਿਕਰਾਲਾ ਦੇਸ ਪਤ ਵਾਲਾ, ਕਰ ਕਰਵਾਲਾ ਲਾ ਜਹਾਂ। ਗਨ ਜੋਗਨ ਸੰਗਾ ਤਾਨ ਜਿਨ ਨੰਗਾ, ਮਹਾ ਕੁਰੰਗਾ ਨਾਚਤ ਹੈ। ਬਹੁ ਭੂਤ ਪ੍ਰੇਤਾ ਕੇਤਕ ਕੇਤਾ, ਗਾ ਕਰ ਲੇਤਾ ਮਾਚਤ ਹੈ। ਮੁਖ ਹੜ ਹੜ ਹਾਸੈ ਬਾਕ ਪ੍ਰਕਾਸ਼ੈ, ਫਿਰ ਚੌ ਪਾਸੈ ਕੀੜ ਕਰੇ। ਬਹੁ ਬੀਰ ਬਿਲਾਸੈ ਦੋਏ ਪਚਾਸੈ, ਅਗਰ ਪ੍ਰਕਾਸ਼ੈ ਮੋਦ ਧਰੈ। ਕਰਤੀ ਭੂਮ ਚਾਲਾ ਸੈਲ ਵਿਸਾਲਾ, ਸਿੰਘ ਉਤਾਲਾ ਫੂਰਤ ਹੈ। ਗਰਜਤ ਰਵ ਭਾਰੀ ਭੀਖਨਕਾਰੀ, ਗਣਨ ਅਗਾਰੀ ਤੋਰਤ ਹੈ। ਜਿਤ ਕਿਤ ਦਮ ਕੰਤੀ ਜਵਾਲ ਬਸੰਤੀ, ਭੈ ਬਰਧੰਤੀ ਆਵਤ ਹੈ। ਕਿਲ ਕਿਤ ਕਿਲਕਾਰੀ ਡਾਕਨ ਡਾਰੀ, ਬੈਗ ਜੁਧਾਰੀ ਪਾਵਤ ਹੈ। ਦੋਹਰਾ। ਭੀਮ ਪੇਖਤ ਭੈ ਹਰਾ, ਗਿਰ ਕੇ ਸਿਰ ਪਰ ਆਏ। ਖਰੀ ਭਈ ਬਰ ਬ੍ਰਹ ਬਚ ਊਚੇ ਕਹਿਓ ਸੁਨਾਏ ਆਦ। ਦੋਹਰਾ। ਦੇਖੋ ਕੈਸਾ ਰੂਪ ਧਰ ਅਰ ਕਿਸ ਭਾਂਤ ਕਰਾਲ, ਪ੍ਰਗਟ ਹੋਈ ਕਾਲਕਾ ਧਰ ਰੁੰਡਨ ਕੀ ਮਾਰ। ਪਰਬਤ ਉੱਤੇ ਖੜ ਗਈ ਚੜੀ ਸਿੰਘ ਬਲ ਧਾਰ, ਜਨੇ ਆਪਣੀ ਸ਼ਕਤੀ ਸਹਿਤ ਰਾਕਸ਼ ਹਨੇ ਹਜ਼ਾਰ। ਇਸ ਪਰ ਨਿਸ਼ਚਾ ਕਰਨ ਹੀ ਬਣਦਾ ਹੈ ਜਗ ਮਾਏ, ਕਠਨ ਬਣੀ ਜੋ ਪਕੜ ਦਿਆ ਭਗਤਨ ਕੀ ਬਾਏ। ਭਾਵ ਇਹਨਾਂ ਉੱਪਰਲੇ ਛੰਦਾਂ ਤੇ ਪ੍ਰਗਟ ਹੋ ਜਾਂਦਾ ਹੈ ਕਿ ਜੋ ਦੇਵੀ ਕਾਲੇ ਰੰਗ ਨਾਲ ਗਲ ਵਿੱਚ ਮੁਰਦੇ ਦੀਆਂ ਹੱਡੀਆਂ ਪਾ ਕੇ ਆਈ, ਜਿਸ ਦੇ ਤੇਜ ਦੀ ਸ਼ਕਤੀ ਬਿਜਲੀ ਜੈਸੀ ਅਰ ਪਿੱਠ ਪਰ ਵਾਲ ਖੜੇ ਸੀ, ਹੱਸਦੀ ਹੋਈ ਨੰਗੀ ਕਲਜੋਗਣੀਆਂ ਨੂੰ ਨਚਾ ਰਹੀ ਸੀ। ਜਿਸ ਦੇ ਪਾਸ ਸੱਪ ਅਤੇ ਸਿਰਾਂ ਦੀ ਮਾਲਾ ਸੀ, ਫਿਰ ਮੂੰਹ ਤੇ ਅੱਗੇ ਜਾਂ ਮੂੰਹ ਤੇ ਅੱਗ ਉਛਾਲਦੀ ਪਹਾੜ ਪਰ ਸ਼ੇਰ ਦੀ ਸਵਾਰੀ ਕਰਕੇ ਆ ਖੜੀ ਸੀ। ਜਦ ਇਹ ਬਾਤਾਂ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਹਨ, ਤਦ ਸਾਨੂੰ ਮੰਨਣਾ ਪੈਂਦਾ ਹੈ ਕਿ ਇਹ ਸਭ ਸੱਚ ਹਨ, ਜੋ ਉਸ ਵੇਲੇ ਜ਼ਰੂਰ ਦੇਵੀ ਆਈ ਸੀ ਅਰ ਗੁਰੂ ਜੀ ਨੂੰ ਵਰ ਦਿੱਤਾ ਸੀ। ਤਤ ਖਾਲਸਾ। ਦੋਹਰਾ। ਇਹ ਤਾਂ ਚੰਗੀ ਪ੍ਰਗਟੀ ਜਗ ਮਾਤਾ ਅਬਰਾਮ, ਜਿਸਨੇ ਅੱਟ ਪਰ ਬਹੁਤ ਹੀ ਕੀਤੇ ਆਕੇ ਕਾਮ। ਦਵਈਆ। ਇਤਨੀ ਪ੍ਰਭਾ ਲੈ ਕਰ ਆਹੀ, ਸੂਰਜ ਮਾਤ ਕਰਾਇਆ। ਅਗਨ ਅਤੇ ਬਿਜਲੀ ਸਮ ਚਮਕੀ, ਦੇਖਤ ਨੈਣ ਮੁਦਾਇਆ। ਦੋ ਲੱਤਾਂ ਅਰ ਨੌ ਸੇ ਵੱਡੇ, ਜੋ ਦੁਰਗਾ ਦੇ ਭਾਈ। ਕਿਆ ਉਹ ਸੂਪ ਨਖਾਂ ਸੀ ਦੂਜੀ, ਸਨਮੁਖ ਗੁਰ ਤੇ ਆਈ।
ਤਾੜ ਰੁਖ ਸਮ ਲੰਬੀ ਲੱਤਾਂ, ਸੱਪ ਲੱਕ ਲਟਕਾਏ, ਕਿਆ ਉਸ ਵੇਲੇ ਸੱਪ ਦਿਖਾ ਕੇ ਉਸਨੇ ਗੁਰੂ ਡਰਾਏ। ਮੁਰਦਿਆਂ ਦੇ ਸਿਰ ਦੀ ਪਾ ਮਾਲਾ, ਕਿਆ ਸ਼ੋਭਾ ਉਨ ਪਾਈ, ਭੈੜੀ ਰੀਝ ਸਿਰਾਂ ਦੀ ਉਸਨੂੰ ਕਹੋ ਖਾਂ ਕਿਉਂ ਸੀ ਆਈ। ਕਿਆ ਮੂੰਗਾਰ ਮੋਤੀ ਉਸਨੂੰ ਹੱਥ ਨਾ ਸੀਜੇ ਆਏ, ਤਾਂ ਕੌਡੇ ਲੈ ਅੱਖੇ ਕੋਕਲੇ ਕਿਉਂ ਨਾ ਹਾਰ ਗੁੰਦਾਏ। ਵੱਡੀ ਦਾੜਾਂ ਦੰਦ ਢੰਗੇ, ਮੁਖ ਦੀ ਸ਼ਾਨ ਵਿਗਾੜਨ, ਚਾਟੇ ਵਰਗਾ ਢਿੱਡ ਕੱਢ ਲਿਆ, ਲੱਗੀ ਚੌਧਰ ਸਾੜਨ। ਫਿਰ ਜੋ ਰੂਪ ਕਰੂਪ ਬਣਾ ਕੇ ਮੁਖ ਵਿੱਚ ਅਗਨ ਜਲਾਇਆ, ਕਿਆ ਉਹ ਮੂੰਹ ਸੀ ਚੁਰ ਜਾਂ ਚੁੱਲ੍ਹਾ, ਕਹਿ ਤੰਦੂਰ ਤਪਾਇਆ। ਅੱਖਾਂ ਲਾਲ ਗੜਾਉਂਦੇ ਕਰੀਆਂ, ਅਰ ਭੋਹਾਂ ਚੜਵਾ ਕੇ, ਕੀ ਕਰਨਾ ਸੀ ਦੱਸ ਪਿਆਰੇ ਐਸੀ ਸ਼ਾਨ ਦਿਖਾ ਕੇ। ਉੱਪਰ ਪਿੱਠ ਦੇ ਬਾਲ ਜਾਲ ਸਮਝੋ ਸਨ ਉਸਦੇ ਉਗਾਏ, ਸੋ ਤੂੰ ਦੱਸ ਸੇ ਸਮ ਹੋ ਕੇ ਕੀ ਫਲ ਉਸਨੇ ਪਾਏ। ਇਹੋ ਜਿਹੀ ਸੂਰਤ ਤੇ ਕਿਆ ਹੱਥ ਗੁਰੂ ਜੀ ਆਇਆ, ਸਗੋਂ ਦੇਵੀ ਪਣ ਤੇ ਤਾਈ ਚਾਹੇ ਕਲੰਕ ਲਗਾਇਆ। ਇਹੋ ਜਿਹੀ ਚੁੜੇਲ ਭੂਤਨੀ ਜਾਂ ਡਾਇਨ ਹੋ ਕੋਈ, ਦੱਸੋ ਭਲਾ ਭਵਾਨੀ ਸ਼ਿਵ ਦੀ ਕਦੋਂ ਅਜਿਹੀ ਹੋਈ। ਇਹੋ ਜਿਹੀ ਨਾਰ ਕਦੇ ਜੇ ਕਿਸੇ ਪੁਰਖ ਦੀ ਹੋਵੇ, ਦੇਖਦਿਆਂ ਉਹ ਨੱਸ ਪਾਸ ਤੇ ਜਾ 100 ਕੋਸ ਖਲੋਵੇ। ਫਿਰ ਈਸ਼ਵਰ ਜੋ ਸਤ ਚਿਤ ਕਹਿੰਦੇ ਅਰ ਆਨੰਦ ਸਰੂਪਾ, ਕਿਉਂ ਕਰੇ ਆਪਣੀ ਨਾਰ ਬਣਾਵੇ ਇਹੋ ਜਹੀ ਇੱਕ ਰੂਪਾ। ਮਾਨਸ ਖਾਣੇ ਪੁਰਖ ਅਜਿਹੇ ਹੁੰਦੇ ਹਨਗੇ ਘੋਰੀ, ਖੋਪਰੀਆਂ ਵਿੱਚ ਖਾਨ ਮੰਗ ਕੇ ਪਾਣੀ ਪੀਂਦੇ ਮੋਰੀ। ਸਾਰੇ ਉੱਤਮ ਪੁਰਖ ਉਹਨਾਂ ਨੂੰ ਦੂਰ ਦੂਰ ਦੁਰਕਾਂਦੇ, ਨੇੜੇ ਜਾਣ ਤਾਂ ਇੱਕ ਪਾਸ ਪਰਛਾਵਾਂ ਨਾ ਪਾਉਂਦੇ। ਫਿਰ ਪਰਮੇਸ਼ਰ ਨੂੰ ਕਿਆ ਇੱਛਾ ਐਸੀ ਕਾਲ ਕਰਾਲੀ, ਜੱਤਲ ਦੰਦੋਂ ਕਾਲੀ ਹਾਂਡੀ ਆਪਣੇ ਸੋਂ ਪਰਨਾਲੀ। ਇਸ ਤੇ ਅੱਗੇ ਜਿਹੀ ਕੋਕੋ ਤੇਹੋ ਹੋਏ ਬੱਚੇ, ਨੰਗ ਧੜੰਗੇ ਆਏ ਭੂਤ ਨੇ ਨਾਲੇ ਉਸ ਦੇ ਨੱਚੇ। ਉਹੋ ਜਹੀਆਂ ਨਾਲ ਕਰੂਪਾਂ ਨੱਚਣ ਜੋ ਕਲ ਜੋਗਨ, ਨਾ ਸੀ ਖੁਸ਼ੀ ਦਿਖਾਵਨ ਹਾਰੀ ਸੀ ਉਹ ਭਾਰੀ ਸੋਗਨ। ਭੂਤ ਪ੍ਰੇਤ ਜੋਗ ਨਾ ਲੜਕੇ ਸੀ ਜੋ ਨਾ ਅਰ ਰਚਾਇਆ, ਕਿਆ ਤੀਆਂ ਦੇ ਦਿਨ ਸੇ ਡਿਠੇ ਜਿਸ ਪਰ ਗਿੱਧਾ ਪਾਇਆ। ਜਾਂ ਕੋਈ ਸੀ ਵਿਆਹ ਰਚਾਇਆ, ਜਾਂ ਸੀ ਰਾਸ ਪਵਾਈ, ਸੀ ਵਰ ਦੇਣੇ ਕਾਰਨ ਸਦੀ ਕਿਉਂ ਨੱਚਣ ਨੂੰ ਆਈ। ਕਿਹੜਾ ਸਮਾਂ ਨਾਚਦਾ ਹੈ ਸੀ ਜੋ ਸੀ ਕਰਨਾ ਜ਼ਰੂਰੀ, ਭਗਤਾਂ ਅੱਗੇ ਨਾਚ ਨੱਚਣਾ ਹੈ ਡਾਢੀ ਮਗਰੂਰੀ। ਐਵੇਂ ਹਿੜ ਹਾਸਾ ਕਰਨਾ ਚੰਗਾ ਨਹੀਂ ਨਾਰਾਂ, ਫਿਰ ਜਦ ਚਾਰ ਚਫੇਰੇ ਫਿਰਦੇ ਜਿੰਨ ਭੂਤ ਬੜ ਡਾਰਾਂ। ਇਤਨੇ ਹੀ ਵਿੱਚ ਚੜ ਕਰ ਨਾਹਰ ਗਣ ਅੱਗੇ ਲਾ ਲੀਤੇ, ਵੀਰ 52 ਵੀ ਜਿਹਨੇ ਅੱਗੇ ਤੋਰ ਲਏ ਚੁੱਪ ਕੀਤੇ। ਮੂੰਹੋਂ ਛੱਡਦੀ ਲਾਟਾਂ ਲੰਬੀ ਅਰ ਮਾਰੇ ਕਿਲਕਾਰੀ, ਐਸੇ ਚਾਲੇ ਚਲਦੀ ਹਲਦੀ ਚੜ ਗਈ ਜਾਏ ਪਹਾੜੀ। ਚੌਪਈ। ਰੂਪ ਅਜਿਹਾ ਜੋ ਤਨ ਕੀਤਾ, ਕਉਖਾਂ ਕਿਆ ਫਲ ਉਸ ਤੇ ਲੀਤਾ। ਉਸ ਤੇ ਤਾਂ ਚੰਗਾ ਸੀ ਭਾਈ ਜੇ ਬਣ ਜਾਂਦੀ ਬੁੱਢੀ ਮਾਈ। ਸੁੰਦਰ ਕਵਲ ਬਦਨ ਦ੍ਰਿਗ ਨੀਲੇ, ਸੀਲਵੰਤ ਸੋਭਤ ਪਟਨ ਪੀਲੇ। ਅਰ ਬਹੁ ਮੋਲ ਮਣੀ ਗਲ ਮਾਹੀ, ਮਾਲਾ ਹਾਥ ਫੜੀ ਸੁਭ ਜਾਹੀ। ਗੌਰ ਵਰਤ ਤਨ ਅਦਕ ਅਨੂਪਾ, ਮ੍ਰਿਦ ਬਚਨ ਸੁਨ ਕਰ ਸੁਖ ਰੂਪਾ। ਹੋਤ ਆਨੰਦ ਹਿਰਦਾ ਜਨ ਕੇਰਾ, ਮਹਾਨੀਤ ਮੈਂ ਜਿਸੇ ਵਸੇਰਾ। ਗਲ ਮੈਂ ਮੋਤਨ ਮਾਲ ਸੁਹਾਈ, ਰਤਨ ਜੜਤ ਸਿਰ ਤਾਜ ਸੁਹਾਈ। ਸਾਥ ਸੁਸ਼ੀਲ ਸੇਵਕਾ ਨਾਰੀ, ਮਾਨੋ ਕਰਣਾ ਮੈਤਰੀ ਸਾਰੀ। ਆਏ ਗੁਰੂ ਕੇ ਪਾਸ ਪੁਕਾਰੇ, ਮੈਂ ਦੇਵੀ ਹਾਂ ਖਰੀ ਅਗਾਰੇ। ਪ੍ਰਗਟ ਹੋਈ ਕਲਯੁਗ ਮਾਹੀ, ਬਿਨ ਤੁਮਰੇ ਦੂਸਰ ਕੋ ਨਾਹੀ। ਇਨ ਬ੍ਰਹਮਣ ਨੇ ਜੋ ਕੁਛ ਕੀਨਾ, ਸੋ ਮੈਂ ਭਲਾ ਬਹੁਤ ਹੈ ਚੀਨਾ। ऐसी रीति हवन कराया, जिसके बल मुझको प्रगटाया। ताते इसको खीर खवाओ, पूड़े घ्यो दे चाय पकाओ। अच्छी तरह छकाओ जाके, भेजो धन दे नाल रजा के। अर मैं देवां ए तलवार, जिसके बल तुरकन को मार। हुण मैं जांदी हां मुड़ फेर, बहुती होए गई है देर। इतना करके हुंदी लोप, मता पका के अपना गोप। फिर क्या हान उस दी हुंदी, खुले झाटे थों सिर गुंदी। हुण तूं दस सच समझाए, केड़ी सूरत है सुखदाए।
ਬਿਨਾ ਲਿਹਾਜ਼ ਬਤਾਈ ਸੱਚ। ਇਸ ਵਿੱਚ ਕਿਸ ਦਾ ਹੈਗਾ ਕੱਚ, ਤਾਂ ਤੇ ਹੋਰ ਬਾਤ ਨਾ ਕਾਈ। ਸੰਤੋਖ ਸਿੰਘ ਦੇ ਮਨ ਮੈਂ ਆਈ, ਐਸਾ ਕੋਈ ਰੂਪ ਬਤਾਓ, ਜਿਸ ਤੇ ਲੋਕਾਂ ਨੂੰ ਡਰ ਪਾਓ। ਜਾਣਨ ਲੋਕ ਵੱਡੀ ਭੈ ਦੰਤੀ, ਹੈ ਦੁਰਗਾ ਜਗ ਮੈਂ ਅਨੰਤੀ। ਇਸੀ ਖਿਆਲ ਪਰ ਬਨਤ ਬਣਾ ਕੇ, ਲਿਖ ਮਾਰਿਆ ਵਿੱਚ ਗੁੱਸੇ ਆ ਕੇ। ਦੋਹਰਾ ਇਹੋ ਜਿਹੀ ਗੱਲ ਪਰ ਕਰ ਲੈਣਾ ਅਤਬਾਰ, ਨਹੀਂ ਬੁੱਧ ਦੀ ਬਾਤ ਕੁਛ ਹੈ ਇਹ ਕੰਮ ਗਵਾਰ। ਤਾਂ ਤੇ ਸਮਝਣ ਚਾਹੀਏ ਕਿਆ ਹੈ ਸੱਚਾ ਕਾਜ, ਉਸ ਸਮੇਂ ਪਰ ਸੋਚ ਕੇ ਕੀਤਾ ਗੁਰ ਮਹਾਰਾਜ। ਇਹ ਮਨ ਘੜਤ ਬਨਾਵਟਾਂ ਕਰ ਧਰੀਆਂ ਕਵੀ ਝੂਠ, ਉਸ ਪਰ ਫਸ ਗਏ ਅਗ ਜਨ ਜੋ ਮਰਕਟ ਪਰ ਮੂਠ। ਦੁਰਗਾ ਭਗਤ। ਦੋਹਰਾ इसमें शंका करन दी है कि डाढ़ी लोड़, जैसी इच्छा वरतदी सकै ना कोई मोड़। चंगे मंदे रूप सब उसदे हन अख्तियार, अपनी मूरत एक ही कीती जिने अपार। इत्थे प्रगट होण दा है सारा संवाद, सो तैनू मैं दस्सिया फिर क्यों करें बिखाद। अगे दसवें पातशाह जो भाखे सिद्धांत, अर माता उत्तर दे सो सुन मन एकांत। ਗ੍ਰੰਥ ਪੰਥ ਦਾ ਵੱਡਾ ਹੈ ਇਹ ਸੂਰਜ ਪ੍ਰਕਾਸ਼, ਦੇਖੋ ਕਿਆ ਹੈ ਦੱਸਦਾ ਹਿਸ ਪਰ ਅਦਕ ਹੁਲਾਸ। ਯਥਾ ਚੌਪਈ ਜੈ ਜਗਦੰਬਾ ਕੈ ਗੁਰ ਖਰੇ, ਸਕਲ ਰੂਪ ਕੇ ਦੇਖਨ ਕਰੇ। ਏਕ ਵਾਰ ਨਖ ਸਿਖ ਤੇ ਹੇਰ, ਨਮੋ ਕਰਤ ਚਖ ਮੀਚੇ ਫੇਰ। ਹਾਥ ਜੋਰ ਸਨਮੁਖ ਹੀ ਰਹੇ, ਹਿਰਦੇ ਮਨੋਰਥ ਦੇਵੀ ਲਹੇ। ਪਲਟਿਓ ਚਤੁਰਭੁਜੀ ਪੁਨ ਰੂਪ, ਕੰਚਨ ਬਰਨੀ ਆਈ ਅਨੂਪ ਭਈ ਅਨੂਪ। ਚੜੀ ਸਿੰਘ ਅਰ ਅਧਿ ਕਰੇ, ਚਾਰ ਚੰਦਰਾ ਭਾਲ ਛਬ ਧਰੇ। ਮਾਂਗ ਪੁੱਤਰ ਦੋਮੋ ਅਬ ਤੋਹੀ, ਸੇਵਾ ਕਰਤ ਰਿਝਾਇਓ ਮੋਹੀ। ਪ੍ਰਥਮ ਪ੍ਰਤਗਿਆ ਸਿਮਰੋ ਸੋਏ, ਚਹੋ ਸੋ ਕਹੋ ਸਪੂਰਨ ਹੋਏ। ਮਿੱਦਰ ਬਾਚ ਮੋਦ ਭਰੇ ਸੁਨ ਫੇਰ, ਬੋਲ ਬਿਲੋਚਨ ਦਰਸ਼ਨ ਹੇਗ। दे वर माता पंथ उपावो, तुर्क राज को तेज खपावो। तुम करते आस अयुद्ध पावें, जे पखार निज पंथ पलावें। सदा सहाय पंख की कीजै, सदा सहाय पंथ की कीजै। देन प्रत वधै यही वरदीजै। तो चरत बसै मन मेरे, सिमरो जिनको सांझ सवेरे। एम सोन हसी वाग शुभ कीनो, पंथ सकेल पुत्र मैं दीनो। पुनः इसमें भेद एक तरह गयो, प्रथम दर्श दृग मीचस भयो। याते तुव तन त्यागन पाछे, 40 वर्ष बिते जब आछे। वधै पंथ जग विखै विशाला, तेज तुर्क तन हता कराला। पूर्ण हो अब लाभ तुम्हारी, साच होए सब यथा उचारी। निज कर ते सतगुर को दई, याते करद नाम बिदतई। एलै कर जल युत मिष्टान, फेर न करो अपने पान। सूर होएगा सिदक तुम्हारा, हेर छत्र भाजै डर धारा। अब दीजै कुछ भेट हमारी, हे सुत जितों होए सुख भारी। सुन गुर करद करी कर धारण, हतन जतन किया रक्त निकारण। सो लेकर जग माद प्रसन्न, पुन गुर दिन भेट कर अन्न। छत्रन सो हत होए बिच बादे, चारे दीने साहिब जादे। लाखो सिंह धारियो क्रुद्धा, होए तुम भेट मृतक विच जुद्धा। इमबर देत लेत निज भेटा, तत् छिन अपन प्रकाश समेटा। अंतर ध्यान भई जब माई, तब लंकड़िए गिरा अलाई। मम बाना कछनी ए लीजै, अपने सर्ब पंथ मैं दीजै। जंग समय को है ए बाना, याते होए है तेज महाना। पंथ तुम्हारे बाल बिरताऊ, युद्ध सहाय हेत मैं आऊँ। एक है लोभ भई तत्काल, करद हाथ तर थिरे गोपाल। आद दोहरा धन धन दुर्गा अहे, धन ता प्रताप। कठिन बनी पर होत है प्रगट जग में आप। देखो इस प्रसंग में क्या मुख कह कर बैन,
दीना वर गुरुदेव को भई सर्बदा चैन लैकर भेटा अपनी अर देकर कृपान भई लोप मत गोप कह शक्ति याद महान। हुण तैनू कुछ कहन हित रही ना बाकी बात इस प्रसंग विचारिया सब संसा मिट जात। तत् खालसा दोहरा तुमरी बुद्ध की करा उपमा कितक बनाए एहो जेही बात पर जो बैठी परमाए। संतोख सिंह जी कवि ने जो कुछ कहा बनाए सो सब अपने मन घड़े दए गपौड़े लाए। चौपई पहला तां तिन ए सुनाई जो देवी बद रूप बनाई परबत उपर उसदा खड़ना गुण लै नाल सिंह पर चढ़ना। फिर नंगे बहु भूत भरेता नचदे फिरन लाए बल जेता। कई नाल कर जोगन नारा नचण नंगी वाग गवारा। अर दुर्गा दे वड्डे बाल खड़े पिठ पर वांगुर जाल। एहो जिहा रूप करूप लिख के दसी जिस दी ऊप ऐसी मूरत करके दसी अग उगलदी जांदी नसी। जो चुड़ेल ते भी दुरदर्शी ना जाना गुर क्यों गुर परसी। फिर पहाड़ पर जाके भाई होर रूप बटवा के आई। चतुर्भुजी अर गोरा रंग देखन ते मन हुंदा दंग। दसो इस विच की वडियाई वांग बरूपी खेल दिखाई। स्वांग दिखाउण ते क्या शरदा सरदा हीज पिया दिखाया करदा। दवैया सुखा सिंह विचारे ने सा थोड़ा जिहा गाया जिसनों इस संतोख सिंह ने लस्सी वांग ਵਧਾਇਆ। कर पतूंगड़ा बातां दा इन ऐसी भंडी पाई जिस ते सुनने वालियां नूं एक लीला नवीं दिखाई। पहले कालियों गोरा करना रंग कंदूरी जिहा सुखा सिंह विचारे ने ना किसी जगह पर कहा। ये संतोख हरी ने लाया वध के होर मसाला जिकर गल उस दी फब्बे ओह ढंग निकाला। फिर पहाड़ पर जाके चढ़ना सिंह करने सवारी ये भी पहले कवि कोल ते दसी इस नियारी। जिस ते मन विच आई होऊ लिखने वेले बाता सिंह चढ़ा के परबत उत्ते चाहिए खड़नी माता। नहीं सबूत इसदा कोई किसने इसनूं दसिया कौन सुनेहा लैके उसदा कैथल नूं सी नसिया। इस तो अगे गुरु जी ने जो देखत नैन मिचाए सुखा सिंह विचारे ने ना किसी जगह पर गाए। ये टकौंसला मन ते घड़ के लिख दिता अनहोया। साल 150 मगरों कढ़िया जो सी किते लकोया। जिसदा फल दसिया उसने 40 साल बिताए। निजपुर नूं गुरजी दे मगरों वधे पंथ अधिकाए। दसो भला बात ये किसने इसनूं आके दसी एवें खाली रिड़की इसने पाए मधानी लस्सी। इस ते पहले किसे कवि ने ना ये बात उचारी जो सूरज प्रकाश विच ये गप कवि ने मारी। इस ते अगे होर गपौड़ा इसने वध कर लाया। अमृत दा भी ढंग गुरु नूं दुर्गा ही सिखलाया। पहले दित्ती करद हथ विच फिर इस भांत उचारी। पानी पा के मिठा गेरो अपने हाथ सुधारी। नाल करद दे उस हलाओ फिर सिखां पिलाओ। जिस दे उस दे बल नूं पा के जंग भले करवाओ। इस ते साबत हुंदा है जो गुर नूं खबर न काई। ये सारी मर्यादा तिनको दुर्गा ते हथ आई। जे प्रगट ना हुंदी देवी ताए अमृत जोई। अर इस पंथ खालसे ताई कदों जानदा कोई। गुरजी आए जगत दे अंदर एवें ही चल जांदे। जोगी वाली फेरी करके चुप के ही तुर पांदे। जो अकाल ने कह के भेजे सो पूरा ना हुंदा। ये देवी ने सफला कीता जो मनसूबा गुंदा। ये भी इसदी ही है लीला भंग खाए कर गाई। जो सुखा सिंह पहले इसदे किते नहीं है गाई। होर अनर्थ इसने गुंदिया जो ना किसे सुहावे। बिना मूर्खां लोगां दे जो मन अंदर न भावे। अर गुर जी दी जिस दे अंदर रंचक ना वडाई। सगों आत्म घाती गुरु नूं दसे साडा भाई। चौपई
ਆਖੇ ਦੁਰਗਾ ਮੰਗੀ ਭੇਟ, ਭਰਨੇ ਖਾਤਰ ਆਪਣਾ ਪੇਟ। ਉਹ ਕਰਤ ਗੁਰੂ ਕਰ ਪਾਈ, ਆਪਣੇ ਤਨ ਪਰ ਖੂਬ ਚਲਾਈ। ਰੁਦਰ ਨਕਾਲ ਆਪਣਾ ਦੀਆ, ਨਿਜ ਹੱਥ ਨੇ ਹਿਤ ਯਤਨ ਸੋ ਕੀਆ। ਜਿਸ ਪਰ ਚੱਟ ਲਹੂ ਖੁਸ਼ ਹੋਈ, ਖਾਕੇ ਇੱਛਾ ਆਖੇ ਇੱਛਾ ਰਹੀ ਨਾ ਕੋਈ। ਇਸ ਤੇ ਅੱਗੇ ਹੋਰ ਬਤਾਇਆ, ਜੋ ਅਨਰਥ ਦਾ ਅਰਥ ਦਿਖਾਇਆ। ਕਹੀ ਗੁਰੂ ਚਾਰੇ ਮਮ ਬੇਟੇ, ਸੋ ਵੀ ਦੁਰਗਾ ਤੈਨੂੰ ਭੇਟੇ। ਤੁਰਕਾਂ ਤੇ ਮਰਵਾ ਕੇ ਰਣ ਮੈਂ, ਤੈਨੂੰ ਦੇਵ ਦਿਉ ਭੇਟ ਇਹ ਗੁਣ ਮੈਂ। ਫੇਰ ਮਰਨ ਲੱਖਾ ਹੀ ਸਿੱਖ, ਖਾਈ ਕੱਢ ਉਹਨਾਂ ਦੀ ਮਿਖ। ਇਹ ਸੰਤੋਖ ਸਿੰਘ ਦੀ ਬੁੱਧ, ਜਿਸ ਨੂੰ ਆਖਣ ਮੂਰਖ ਸੁਧ। ਦੱਸਦੀ ਹੈ ਆਪਣੀ ਚਤੁਰਾਈ, ਮੁਰਦੇ ਖਾਣੀ ਦੱਸੀ ਮਾਈ। ਕਿਆ ਆਪਣੇ ਹੀ ਲੱਗੀ ਖਾਣ, ਕਿਉਂ ਨਾ ਖਾਧੇ ਮਰੇ ਪਠਾਨ। ਸਾਹਿਬਜ਼ਾਦੇ ਹੋਣ ਸ਼ਹੀਦ, ਲੜ ਕਰ ਉੱਪਰ ਧਰਮ ਯਕੀਦ। ਫਿਰ ਉਹਨਾਂ ਨੂੰ ਖਾਵੇ ਦੇਵੀ, ਐਸੀ ਪਾਪਣ ਜੋ ਦੁਖ ਦੇਵੀ। ਫਿਰ ਸਿੱਖਾਂ ਦਾ ਖਾਵੇ ਮਾਸ, ਲੋਹੂ ਦੇ ਪਰ ਛਕੇ ਗਲਾਸ। ਇਹ ਤਾਂ ਕੀਤੀ ਚੰਗੀ ਭੰਡੀ, ਰੰਡੀ ਦੇ ਕਰ ਹੋ ਗਈ ਮੰਡੀ। ਵਰ ਖਾਤਰ ਸੀ ਉਸ ਪ੍ਰਗਟਾਇਆ, ਸਗੋਂ ਟੱਬਰ ਚੁੱਕ ਮਕਵਾਇਆ। ਚੱਬ ਚੱਬ ਸਿੰਘਾਂ ਦੇ ਹੱਡ, ਲੱਗੀ ਭਰਨ ਪੇਟ ਦੀ ਖੱਡ। ਚੰਗੀ ਤੁਰਕੀ ਸਭਾ ਉਠਾਈ, ਪਹਿਲੇ ਆਪਣੀ ਕਦੋਂ ਬਛਾਈ। ਸਗੋਂ ਗੁਰਦਾ ਵੰਸ਼ ਮੁਕਾਇਆ, ਮਗਰੋਂ ਸਿੱਖਾਂ ਪਰ ਚੜ ਲਾਇਆ। ਲੱਖਾਂ ਮੁਰਦੇ ਗਈ ਨਗਾਰ, ਖਾਕੇ ਦੱਸੇ ਖਬਰ ਨਸਾਰ। ਮੁਸਲਮਾਨਾਂ ਤੇ ਮਰਵਾ ਕੇ, ਖਾਂਦੀ ਬੈਠੀ ਜੀਭ ਹਿਲਾ ਕੇ। ਦੇਖੋ ਕਿਹੜੀ ਗੱਲੇ ਪਰਚੀ, ਮੁਸਲਮਾਨ ਬਣਾਏ ਬਬਰਚੀ। ਦਵਈਆ ਜੇਕਰ ਗੁਰੂ ਜੀ ਦੇ ਤਨ ਕੇਰਾ ਲਹੂ ਉਸਨੇ ਪੀਤਾ। ਅਰ ਚਾਰੇ ਫਿਰ ਸਾਹਿਬਜ਼ਾਦੇ ਲੁਕਮਾ ਆਪਣਾ ਕੀਤਾ। ਕਈ ਹਜ਼ਾਰਾਂ ਸਿੱਖ ਉਸਨੇ ਖਾਕੇ ਜੀਭ ਹਲਾਈ। ਇਹੋ ਜਿਹੀ ਡਾਇਣ ਨੂੰ ਕਿਉਂ ਆਖਣ ਚਾਹੀਏ ਮਾਈ। ਆਪਣੇ ਪੁੱਤਰ ਪੋਤਰਿਆਂ ਦੀ ਤਾਂ ਸਭਨਾ ਨੇ ਸੁਖ ਮੰਗੀ। ਕਿਉਂ ਖਾਣ ਔਲਾਦ ਪਈ ਹੋ, ਭੁੱਖੀ ਨੰਗ ਧੜੰਗੀ। ਨਾਲੇ ਭੈੜੀ ਬਾਣ ਬਣ ਦੱਸੇ, ਫਿਰ ਹੋ ਮੋਹਤ ਫਿਰ ਉਹ ਮੋਹਨ ਮੂਰਤ। ਕਹੋ ਮਾਤ ਹੋ ਕਿਉਂ ਸੀ ਕਰਦੀ, ਬਹੁ ਰੂਪਨ ਸੂਰਤ। ਤਾਤੇ ਏਕ ਪੌੜੇ ਮਾਰੇ, ਹਨ ਮਨ ਘੜਤੀ ਲਾਏ। ਗੁਰ ਕੀ ਬਾਣੀ ਅੰਦਰ ਜਿਨਕਾ ਖੋਜਨ ਨਜ਼ਰੀ ਆਏ। ਅਰਨਾ ਸੁਖਾ ਸਿੰਘ ਬਤਾਵੇ, ਫਿਰ ਸੂਰਜ ਪ੍ਰਕਾਸ਼ੀ। ਕਿੱਥੋਂ ਕੱਢ ਲਿਆਇਆ ਸੀ ਇਹ ਮਨੋ 14ਵੀਂ ਰਾਸੀ। ਇਸ ਦੇ ਅੱਗੇ ਹੋਰ ਵਧਾ ਕੇ ਇਹ ਸੰਤੋਖ ਮਿਰਗਿੰਦਾ, ਆਪਣੇ ਗ੍ਰੰਥ ਵਿੱਚ ਹੈ ਕਰਦਾ ਸਤਿਗੁਰ ਜੀ ਦੀ ਨਿੰਦਾ। ਲੰਕੜੀਏ ਨੇ ਕੱਛ ਲਿਆ ਕੇ ਗੁਰੂ ਜੀ ਨੂੰ ਸੀ ਦਿੱਤੀ। ਅਰਪਨ ਅੰਦਰ ਖੁਸ਼ੀ ਧਾਰ ਕੇ ਕਲਗੀ ਧਰਨੇ ਲਿੱਤੀ। ਚੌਪਈ ਨਾ ਲੰਕੜੀਏ ਨੇ ਕੱਛ ਲਿਆ ਕੇ ਗੁਰੂ ਜੀ ਨੂੰ ਸੀ ਦਿੱਤੀ। ਆਰ ਮਨ ਅੰਦਰ ਖੁਸ਼ੀ ਧਾਰ ਕੇ ਕਲਗੀ ਧਰਨੇ ਲਿੱਤੀ। ਚੌਪਈ ਇਸ ਪਰ ਮੈਂ ਇੱਕ ਪੁੱਛਾਂ ਤੈਨੂੰ, ਸੱਚਾ ਪਤਾ ਬਤਾ ਦੇ ਮੈਨੂੰ। ਕਿਹੜੀ ਕੱਛ ਉਸਨੇ ਦੀਨੀ, ਜੋ ਕਰ ਪ੍ਰੇਮ ਗੁਰ ਨੇ ਕੀ ਲੀਨੀ। ਕਿਆ ਜੋ ਤੇੜ ਉਸ ਦੇ ਪਾਈ, ਉਸੇ ਵੇਲੇ ਸੀ ਉਤਰਾਈ। ਆਪ ਗਿਆ ਹੋ ਨੰਗ ਮਲੰਗ, ਮੂਲ ਨਾ ਕੀਤੀ ਮਨ ਵਿੱਚ ਸੰਗ। ਫਿਰ ਉਸ ਦਾ ਜੋ ਹੁਤਾ ਹੁਤਾਰ, ਸੋ ਪਹਿਰਿਆ ਗੁਰ ਜੀ ਅਵਤਾਰ। ਕੈਸੀ ਸ਼ਰਮਨਾਕ ਹੈ ਬਾਤ, ਜੋ ਗੁਰ ਜੀ ਪਰ ਦੋਖ ਲਗਾਤ। ਬਾਂਦਰ ਦੀ ਕਛਨੀ ਉਤਰਾਈ, ਹੋਏ ਪ੍ਰਸੰਨ ਆਪ ਗੁਰ ਪਾਈ। ਹਾਏ ਗੁਰੂ ਪਰ ਦੋਸ਼ ਲਗਾਉਂਦੇ, ਨਾ ਸੰਤੋਖ ਹਰੀ ਸ਼ਰਮਾਂਦੇ। ਰਾਮਚੰਦ ਦੇ ਜਦਸਾ ਪਾਸ, ਰਹਿੰਦਾ ਹਨੂਮਾਨ ਹੋ ਦਾਸ। ਉਸ ਵੇਲੇ ਰਘਵਰ ਨੇ ਭਾਈ, ਲੈ ਕੇ ਕੱਛ ਨ ਆਪਣੇ ਪਾਈ। ਜਿਸ ਤੇ ਬਲ ਤੇ ਮਰਦਾ ਰਾਵਣ, ਛੇਤੀ ਸੀਤਾ ਨੂੰ ਲੈ ਜਾਵਣ। ਪਰ ਉਸ ਵੇਲੇ ਰਾਮ ਵਿਚਾਰੇ, ਰੱਖੀ ਧੋਤੀ ਜੰਗ ਮਝਾਰੇ। ਨਾ ਹਨੂਮਾਨ ਉਹਨਾਂ ਨੂੰ ਦਿੱਤੀ, ਅਰ ਨਾ ਲਛਮਣ ਹੀ ਨੇ ਲਿੱਤੀ। ਫਿਰ ਗੁਰੂ ਜੀ ਨੂੰ ਕਿਉਂ ਇਹ ਦੇਨੀ, ਅਰਧਰ ਪ੍ਰੇਮ ਉਸ ਤੇ ਲੈਨੀ। ਅਰਜੇ ਕਹੋ ਹਨੂ ਦੇ ਪਾਸ, ਜੋ ਸੀ ਕੱਛ ਵੱਡੋ ਬਲ ਜਾਸ। ਸੋ ਰਘਵਰ ਤੇ ਸੀ ਤਿਨ ਪਾਈ, ਨਾ ਸੀ ਹਨੂ ਦੀ ਆਪਣੀ ਕਾਈ। ਫਿਰ ਵੀ ਮਨ ਵਿੱਚ ਦੇਖ ਵਿਚਾਰ, ਨਹੀਂ ਗੁਰੂ ਜੀ ਦਾ ਅਧਿਕਾਰ। ਜੋ ਰਘਬਰ ਦਾ ਅਹੇ ਉਤਾਰਾ, ਲੈ ਕੇ ਆਪਣਾ ਕਰਨ ਗੁਜ਼ਾਰਾ। ਮੰਗਤਿਆਂ ਦੇ ਮੰਗਣ ਜਾਹੀ, ਨਾ ਸ਼ੋਭਾ ਪਾਵਤ ਜਗ ਮਾਹੀ।
ਭਲਾ 10 ਬਸਤਰ ਗਜ ਢਾਈ, ਨਹੀਂ ਗੁਰੂ ਜੀ ਦੇ ਢਿਗ ਭਾਈ। ਜਾਂ ਦਰਜੀ ਨਾ ਸੀ ਕੋ ਪਾਸ, ਫਿਰ ਕਿਉਂ ਕੀਤਾ ਏ ਬਿਲਾਸ। ਹੋਰ ਬਾਤ ਸੁਣ ਦੇ ਕੇ ਚਿਤ, ਇਸ ਕਵੀ ਦੀ ਮੇਰੇ ਮਿਤ। ਕਹਿਤ ਗੁਰੂ ਕੋ ਹੈ ਅਵਤਾਰ, ਰਾਮ ਕ੍ਰਿਸ਼ਨ ਸਮਮੁਖੋਂ ਉਚਾਰ। ਜਿਨਕਾ ਦਾਸ ਹਨੂਥਾਸ ਭਾਰਾ, ਜਾਣਤ ਹੈ ਜਿਸ ਕੋ ਜਗ ਸਾਰਾ। ਉਹ ਗੁਰੂ ਰਾਮਾ ਅਵਤਾਰੀ, ਮੰਗਣ ਕਛ ਆਪ ਬਲਹਾਰੀ। ਧੰਨਿ ਭਾਗ ਅਰ ਬੁੱਧ ਏ, ਹੇ ਪਰਮੇਸ਼ਰ ਕਿਸੇ ਨਾ ਦੇ। ਜੋ ਸੰਤੋਖ ਹਰੀ ਨੇ ਪਾਈ, ਕਥਾ ਬਣਾਈ ਜੋ ਮਨ ਆਈ। ਦੋਹਰਾ। ਹਨੂਮਾਨ ਦੀ ਕੱਛ ਵਿੱਚ ਸੀ ਸ਼ਕਤੀ ਵੱਡ ਪਹਾਰ, ਸੋ ਸ਼ਕਤੀ ਗੁਰ ਪੈ ਨਾ ਸੀ ਦੇਖੋ ਹਿਰਦੇ ਵਿਚਾਰ। ਜੋ ਗੁਰ ਪੂਰਨ ਪੁਰਖ ਥੇ ਪਰਮ ਤੁਝਾ, ਨਾ ਧਰਮ ਤੁਝਾ ਜਗ ਮਾਏ। ਬੰਦਰ ਕੀ ਕਛਨੀ ਬਿਨਾ, ਤਿਨ ਕੀ ਭੁਜ ਬਲ ਨਾਏ। ਚੌਪਈ। ਜੋ ਸਮਰੱਥ ਗੁਰੂ ਜਗ ਰਾਈ, ਨਵਨਿਤ ਜਿਨਕੇ ਹਾਥ ਬਤਾਈ। ਫਿਰ ਕਿਉਂ ਮੰਗਨ ਕੱਛ ਬਿਗਾਨੀ, ਸਮਝ ਦੇਖ ਮਨ ਮੈਂ ਅਗਿਆਨੀ। ਜੇ ਤੂੰ ਕਹੇ ਏਸ ਪਰ, ਇਹ ਲੰਕੜੀਏ ਦਾ ਰੱਖ ਸਨੇ। ਸੀ ਉਹ ਕੱਛ ਦੂਸਰੀ ਲਿਆਇਆ, ਕਿਆ ਦਰਜੀ ਸੀ ਪਾਸ ਬਿਠਾਇਆ। ਤਾਂ ਤੈ ਇਹ ਸਭ ਮਨ ਦੇ ਢੰਗੇ, ਮਾਰੇ ਕਵੀਨ ਮੰਦੇ ਚੰਗੇ। ਅਰ ਗੁਰਮਤਿ ਤੋਂ ਹਨ ਸਭ ਦੂਰ, ਸ਼ੋਭਾ ਪਾਵਨ ਨਾ ਹਜੂਰ। ਤਾਂ ਤੇ ਮਨ ਮੈਂ ਕਰੋ ਵਿਚਾਰ, ਜੋ ਗੁਰਬਾਣੀ ਕਰੇ ਉਚਾਰ। ਉਸ ਤੇ ਉਲਟ ਬਾਤ ਹੈ ਜੋਈ, ਸ਼ਰਧਾ ਲਾਇਕ ਅਹੇ ਨਾ ਸੋਈ। ਜਾਂ ਤੇ ਕਹੀ ਕਥਾ ਜੋ ਸਾਰੀ, ਸਿੱਧ ਨ ਕਰਤ ਬਾਤ ਕੁਛ ਥਾਰੀ। ਜੋ ਕੁਛ ਆਖੇ ਰਵ ਪ੍ਰਕਾਸ਼, ਪੂਰਨ ਕਰਤ ਨ ਤੇਰੀ ਆਸ। ਤਾਂ ਤੇ ਇਨਸੇ ਮਨ ਪਲਟਾ ਕੇ, ਆਦਰ ਲਹੋ ਗੁਰੂ ਮਤ ਪਾ ਕੇ। ਦੋਹਰਾ। ਇਸੇ ਤਰ੍ਹਾਂ ਜੋ ਆਖਿਆ, ਗੁਰ ਨੇ ਮੀਟੇ ਨੈਣ, ਜਿਸ ਪਰ ਦੇਵੀ ਨੇ ਬਹੁਰ ਭਾਖੇ ਐਸੇ ਬੈਨ। ਤਬ ਤਨ ਤਿਆਗੇ ਹੋਏਗੇ, ਜਬਕੇ 40 ਸਾਲ। ਤਬ ਤੇਰੋ ਇਸ ਪੰਥ ਕਾ ਵਧੈ ਤੇਜ ਵਿਸ਼ਾਲ। ਇਹ ਕਿਸ ਨੇ ਹੈ ਦੱਸਿਆ, ਇਸ ਕਵੀ ਨੂੰ ਜਾਏ। ਸਾਲ ਡੇਢ ਸੈ ਮਗਰ ਤੇ ਗੱਪ ਸਨੇਹਾ ਆਏ। ਕਿਸ ਨਜੂਮ ਦੇ ਗ੍ਰੰਥ ਵਿੱਚ ਪਿਖ ਤਿਨ ਪਾਈ ਫਾਲ। ਅਰ ਗੱਲਾਂ ਕਦ ਕੀਤੀਆਂ ਉਸਨੇ ਦੇਵੀ ਨਾਲ। ਨਾ ਗੁਰ ਜੀ ਨੇ ਦੱਸਿਆ ਨਾ ਦੇਵੀ ਤਿਸ ਕੋਲ। ਨਾ ਸੁੱਖਾ ਸਿੰਘ ਆਖਦਾ ਇਸ ਦਾ ਕੋਈ ਬੋਲ। ਫਿਰ ਸੱਚੀ ਇਸ ਬਾਤ ਨੂੰ ਕਿੱਕੁਰ ਮੰਨੈ ਕੋਏ। ਬਿਨ ਮੂਰਖ ਅਗਿਆਨੀਆਂ ਸ਼ਰਧਾ ਕਿਸ ਨੂੰ ਹੋਏ। ਭਾਵ ਭਾਈ ਸੰਤੋਖ ਸਿੰਘ ਜੀ ਨੇ ਜੋ ਕੁਛ ਦੇਵੀ ਦੇ ਪ੍ਰਗਟ ਹੋਣ ਪਰ ਗਪਾਸ਼ਟਕ ਮਾਰਿਆ ਹੈ, ਸਭ ਇੱਕ ਮਨ ਘੜੇ ਮਸਲੇ ਬਣਾਏ ਹਨ। ਕਿਉਂਕਿ ਉਸ ਸਮੇਂ ਦਾ ਕੋਈ ਪੁਸਤਕ ਜਾਂ ਸ਼੍ਰੀ ਮੁੱਖ ਵਾਕ ਸਾਨੂੰ ਨਹੀਂ ਮਿਲਦਾ ਜਿਸ ਤੇ ਭਾਈ ਸਾਹਿਬ ਦਾ ਕਥਨ ਥੋੜ੍ਹਾ ਜਿਹਾ ਵੀ ਸੱਚਾ ਠਹਿਰੇ। ਭਾਈ ਸੰਤੋਖ ਸਿੰਘ ਜੀ ਨੂੰ ਇਸ ਕਵਿਤਾ ਰਚਨੇ ਵੇਲੇ ਪੂਰਬ ਅਪਾਰ ਵਿਰੋਧ ਦਾ ਵੀ ਖਿਆਲ ਨਹੀਂ ਰਿਹਾ, ਕਿਉਂਕਿ ਉਹਨਾਂ ਨੇ ਨਾਲੇ ਤਾਂ ਗੁਰੂ ਜੀ ਨੂੰ ਰਾਮ ਕ੍ਰਿਸ਼ਨ ਸਮਾਨ ਅਵਤਾਰ ਮੰਨਿਆ ਹੈ ਅਰ ਕਰਨ ਕਾਰਨ ਸਮਰੱਥ ਲਿਖਿਆ ਹੈ, ਕਿੰਤੂ ਦੂਜੀ ਵੱਲੇ ਉਹਨਾਂ ਵਿੱਚ ਇਤਨੀ ਸਮਰੱਥਾ ਵੀ ਨਹੀਂ ਸੀ ਜੋ ਦੇਵੀ ਤੇ ਤਲਵਾਰ ਲਏ ਬਿਨਾਂ ਲੜ ਸਕਦੇ। ਇਸੇ ਤਰ੍ਹਾਂ ਉਹਨਾਂ ਨੂੰ 3 ਗਜ ਕੱਪੜਾ ਨਹੀਂ ਸੀ ਮਿਲਦਾ, ਜਿਸ ਕਰਕੇ ਲੰਕੜੀਏ ਨੇ ਕੱਛ ਦਿੱਤੀ, ਜਿਸ ਤੇ ਸਾਬਤ ਹੁੰਦਾ ਹੈ ਕਿ ਦੇਵੀ ਦੇ ਬਾਂਦਰ ਦੀ ਕੱਛ ਵਿੱਚ ਵੀ ਗੁਰੂ ਜੀ ਨਾਲੋਂ ਸ਼ਕਤੀ ਜ਼ਿਆਦਾ ਸੀ। ਇਸ ਤੇ ਅੱਗੇ ਉਸ ਨੇ ਇਹ ਕਥਨ ਕੀਤਾ ਹੈ ਕਿ ਦੇਵੀ ਨੇ ਆਪਣੇ ਹੱਥ ਦੀ ਤਲਵਾਰ ਦਿੱਤੀ ਜਿਸ ਦਾ ਨਾਮ ਕਰਦ ਹੈ। ਉਸ ਨਾਲ ਪਤਾਸੇ ਪਾ ਕੇ ਆਪਣੇ ਹੱਥ ਨਾਲ ਹਿਲਾ ਕੇ ਸਿੱਖਾਂ ਨੂੰ ਪਿਲਾਉਣ ਦੀ ਯੁਕਤੀ ਵੀ ਦੱਸੀ, ਜਿਸ ਤੇ ਸਾਬਤ ਹੁੰਦਾ ਹੈ ਕਿ ਜੋ ਕੁਝ ਕੀਤਾ ਸੋ ਦੇਵੀ ਨੇ ਹੀ ਕੀਤਾ, ਕਿੰਤੂ ਗੁਰੂ ਜੀ ਨੂੰ ਕੁਝ ਵੀ ਖਬਰ ਨਹੀਂ ਸੀ। ਪਰੰਤੂ ਜਦ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਸੀ, ਜਿਸ ਦਾ ਅੱਜ ਤੱਕ ਪ੍ਰਚਾਰ ਹੈ, ਸੋ ਖੰਡੇ ਦਾ ਹੈ, ਜਿਸ ਤੇ ਸਾਬਤ ਹੁੰਦਾ ਹੈ ਕਿ ਭਾਈ ਸੰਤੋਖ ਸਿੰਘ ਜੀ ਇੱਥੇ ਭੁੱਲ ਗਏ ਹਨ। ਫਿਰ ਜੋ ਉਸ ਵੇਲੇ ਦੇਵੀ ਨੂੰ ਦੇਖ ਕੇ ਗੁਰੂ ਜੀ ਨੇ ਨੇਤਰ ਮੀਟ ਲੈਣ ਦੱਸ ਕੇ 40 ਸਾਲ ਮਗਰੋਂ ਪੰਥ ਦਾ ਤੇਜ ਵਧਣ ਦੀ ਪੇਸ਼ੀਨ ਗੋਈ ਕੀਤੀ ਹੈ, ਸੋ ਕਿਹਾ ਇਹ ਉਹਨਾਂ ਨੂੰ ਕਿਸੇ ਦੇਵੀ ਦੇ ਭੂਤ ਨੇ ਆ ਕੇ ਖਬਰ ਦਿੱਤੀ ਸੀ। ਇਸ ਤੇ ਪਾਇਆ ਜਾਂਦਾ ਹੈ ਕਿ ਇਹ ਕਿਸ ਵਾਸਤੇ ਉਸਨੇ ਦੇਵੀ ਦਾ ਨਾਮ ਲੈ ਦਿੱਤਾ ਹੈ,
ਕਿ ਗੁਰੂ ਜੀ ਦੇ ਮਗਰੋਂ ਮੁਸਲਮਾਨੀ ਬਾਦਸ਼ਾਹਤ ਦੇ ਪੈਰ ਸਿੱਖਾਂ ਨੇ ਪੰਜਾਬ ਵਿੱਚੋਂ ਹਿਲਾ ਦਿੱਤੇ ਸਨ। ਪਰੰਤੂ ਅੱਛਾ ਹੁੰਦਾ ਜੇ ਉਹ ਕਵੀ ਇਸ ਕਥਾ ਨੂੰ ਇਸ ਤਰ੍ਹਾਂ ਲਿਖਦੇ ਜਿਸ ਦਾ ਨਮੂਨਾ ਅਸੀਂ ਹੇਠਾਂ ਲਿਖ ਕੇ ਦੱਸਦੇ ਹਾਂ। ਯਥਾ ਦੋਹਰਾ ਪ੍ਰਗਟ ਹੋਈ ਜਾਲਫਾਂ ਸੂਹੇ ਚੋਲਿਆਂ ਨਾਲ, ਗਲ ਵਿੱਚ ਮਾਲਾ ਮੋਤੀਆਂ, ਸਿਰ ਪਰ ਗੁੰਦੇ ਬਾਲ। ਸੋ ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।